ਫਿਲਮਾਂ ਵਾਲਾ ਹੌਬੀ ਬਾਅਦ ਚੋਂ ਆ। ਮੈਂ ਪਹਿਲਾਂ ਇੱਕ ਕਿਸਾਨ ਹਾਂ। ਕਿਸਾਨ ਦੇ ਰੂਪ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਲੈ ਲਈਏ ਤਾਂ ਗਲ ਵੱਢ ਕੇ ਉਧਰ ਕਰਦਾ ਸੀ। ਇਸ ਕਰਕੇ ਸਾਡੀ ਸੋਚ, ਸਾਡੀ ਜ਼ੁਬਾਨ, ਸਾਡੀ ਦਿੱਖ, ਸਾਡੀ ਮੁੱਛ, ਸਾਡੀ ਟੌਰ, ਸਾਡੇ ਸਵਾਦ, ਸਾਡੀ ਬੋਲੀ ਸਭ ਕੁਝ ਉੱਥੇ ਰਹਿ ਗਿਆ। ਇੱਥੇ ਤਾਂ ਇੱਕ ਧੜ ਆਈ ਸੀ, ਜ਼ਖਮੀ ਧੜ ਬਿਨਾਂ ਸਿਰ ਤੋਂ ਧੜ, ਉਹਦੇ ਚੋਂ ਵੀ ਹਰਿਆਣਾ ਲੱਤਾਂ ਵੱਢ ਕੇ ਤੇ ਬਾਹਾਂ ਵੱਢ ਕੇ ਹਿਮਾਚਲ ਬਣਾਇਆ ਗਿਆ। ਫਿਰ ਇੱਕ ਵਿੱਚੋਂ ਹੋਰ ਦਿਲ ਕੱਢਤਾ ਜਿਹਨੂੰ ਚੰਡੀਗੜ੍ਹ ਕਹਿੰਦੇ ਨੇ। ਫਿਰ ਵੀ ਪੰਜਾਬ ਇੱਕ ਐਸਾ ਸੂਬਾ ਜਿਹਦੇ ਵਿੱਚ ਪੰਜਾਬੀਅਤ ਦਾ ਦਿਲ ਧੜਕਦਾ ਰਿਹਾ। ਕਿ ਤੁਹਾਡੇ ਪੰਜਾਬ ਚੋਂ ਕੱਢੇ ਸੂਬੇ ਨਾ ਤੁਸੀਂ ਰਾਜਸਥਾਨ 'ਚ ਕੁਝ ਖਰੀਦ ਸਕਦੇ ਹੋ, ਨਾ ਹਿਮਾਚਲ 'ਚ ਖਰੀਦ ਸਕਦੇ ਹੋ, ਨਾ ਹੁਣ ਤੱਕ ਕਸ਼ਮੀਰ 'ਚ ਖਰੀਦ ਸਕਦੇ ਹੋ। ਸਾਰਾ ਕੁਝ ਵੇਚ ਕੇ ਤੁਸੀਂ ਚੰਡੀਗੜ੍ਹ ਇੱਕ ਬੂਥ ਨਹੀਂ ਖਰੀਦ ਸਕਦੇ ਜਿਹੜਾ ਜੱਟ ਕਹਿੰਦਾ ਮੇਰੇ ਕੋਲੇ 5 ਕਿੱਲੇ ਨੇ, ਉਹ 5 ਕਿੱਲੇ ਵੇਚ ਕੇ ਵੀਰੋ ਇੱਕ ਕਮਰਾ ਨਹੀਂ ਖਰੀਦ ਸਕਦਾ ਚੰਡੀਗੜ੍ਹ 'ਚ। ਪਰ ਪੰਜਾਬ 'ਚ ਕੋਈ ਵੀ ਕੁਝ ਵੀ ਖਰੀਦ ਸਕਦਾ। ਸਾਡੇ ਕੁਝ ਲੋਭੀ ਲੋਕਾਂ ਨੂੰ ਬੁਰਕੀ ਪੈਂਦੀ ਰਹੀ ਤੇ ਉਹ ਬੁਰਕੀ ਖਾ ਕੇ ਪਾਸੇ ਹੁੰਦੇ ਰਹੇ, ਇੱਕ ਅਵਾਰਾ ਕੁੱਤੇ ਵਾਂਗੂ ਤੇ ਅਸੀਂ ਰੁਲਦੇ ਰਹੇ। ਸੋ ਤੁਹਾਨੂੰ ਬਚਾਉਣ ਵਾਸਤੇ ਇਹ ਮੋਰਚਾ ਜ਼ਰੂਰੀ ਹੈ। ਮੋਰਚੇ ਦਾ ਇੱਕ ਹੋਣਾ ਜ਼ਰੂਰੀ ਹੈ। ਜੇ ਤੁਹਾਡੇ 'ਚ ਏਕਾ ਹੈ, ਜੇ ਮੇਰਾ ਪਿੰਡ ਇੱਕ ਹੋ ਸਕਦਾ, ਜੇ ਪੰਜਾਬ ਇੱਕ ਹੋ ਸਕਦਾ, ਜੇ ਪਿੰਡ ਇੱਕ ਹੋ ਸਕਦਾ, ਬਲਾਕ ਇੱਕ ਹੋ ਸਕਦਾ, ਤਹਿਸੀਲ ਇੱਕ ਹੋ ਸਕਦੀ ਹੈ, ਜੇ ਜ਼ਿਲ੍ਹਾ ਇੱਕ ਹੋ ਸਕਦਾ, ਫਿਰ ਪੰਜਾਬ ਇੱਕ ਹੋ ਸਕਦਾ। ਪਰ ਉਹ ਸਾਰਾ ਕੁਝ ਇੱਕ ਤਾਂ ਹੋਊਗਾ ਜੇ ਕਿਸਾਨ ਇੱਕ ਹੋ ਸਕਦਾ। ਅਫਸੋਸ ਮੇਰਾ ਗਿਲਾ ਹੈ ਤੁਹਾਡੇ ਨਾਲ ਇਹ ਕਿ ਤੁਸੀਂ ਧਾਰਮਿਕ ਸਭਾਵਾਂ ਨੂੰ ਵੀ ਮੇਲਾ ਬਣਾ ਲਿਆ। ਸਭ ਤੋਂ ਵੱਡੀ ਜਿਹੜੀ ਗਲਤੀ ਹੈ ਵੀਰੋ ਉਹ ਇੱਕੋ ਹੀ ਹੈ ਕਿ ਸਾਡੇ 'ਚ ਏਕਾ ਨਹੀਂ, ਵਿਸ਼ਵਾਸ ਨਹੀਂ, ਅਸੀਂ ਜੋਗੇ ਨਹੀਂ ਰਹੇ। ਮੈਂ ਤੇਰਾ ਜੋਗਾ ਨਹੀਂ ਰਿਹਾ, ਤੂੰ ਉਹਦੇ ਜੋਗਾ ਨਹੀਂ ਰਿਹਾ, ਉਹ ਮੇਰੇ ਜੋਗਾ ਨਹੀਂ ਰਿਹਾ। ਬਾਬੇ ਨਾਨਕ ਨੇ ਕੋਧਰੇ ਦੀ ਖੇਤੀ ਕੀਤੀ ਸੀ, ਕੋਧਰੇ ਦੀ ਰੋਟੀ ਖਾਂਦਾ ਸੀ। ਉੱਥੋਂ ਬਦਲਦੇ ਹੋਏ ਅਸੀਂ ਬਾਜਰੇ ਤੇ ਆਏ, ਮੱਕੀ ਤੇ ਆਏ, ਗੁਆਰੇ ਤੇ ਆਏ, ਪਰ ਕਣਕ ਵਾਸਤੇ ਅਸੀਂ ਬਣੇ ਨਹੀਂ ਹੋਏ। ਕਦੇ ਸੁਣਿਆ ਦੁਨੀਆ ਦੇ ਵਿੱਚ ਕਿ ਇਸ ਬੰਦੇ ਨੂੰ ਮੱਕੀ ਤੋਂ ਅਲਰਜੀ ਹੈ, ਇਸ ਬੰਦੇ ਨੂੰ ਬਾਜਰੇ ਤੋਂ ਅਲਰਜੀ ਹੈ, ਇਸ ਬੰਦੇ ਨੂੰ ਕੋਧਰੇ ਦੀ ਰੋਟੀ ਤੋਂ ਅਲਰਜੀ ਹੈ। 1000 ਜਵਾਕ ਇਕੱਲੇ ਪਟਿਆਲੇ 'ਚ ਦਿਖਾ ਦਿੰਦਾ ਇਹਨੂੰ ਵੀਟ ਅਲਰਜੀ ਹੈ। ਨਾਲੇ ਅੰਗਰੇਜ਼ੀ 'ਚ ਫਿਰ ਨਹੀਂ ਕਹਿੰਦੇ ਵੀ ਕਣਕ ਤੋਂ ਅਲਰਜੀ, ਅਗਲੇ ਕਹਿੰਦੇ ਨੇ ਵੀਟ ਤੋਂ ਅਲਰਜੀ। ਫਿਲਮਾਂ ਵਾਲਾ ਹੌਬੀ ਬਾਅਦ ਚੋਂ ਆ। ਮੈਂ ਪਹਿਲਾਂ ਇੱਕ ਕਿਸਾਨ ਹਾਂ, ਕਿਸਾਨ ਦਾ ਹੀ ਬੇਟਾ ਹਾਂ। ਪਿਤਾ ਪੁਰਖੀ ਮੇਰਾ ਕੰਮ ਕਿਸਾਨੀ ਹੈ। ਅੱਜ ਵੀ ਮੈਂ ਖੇਤੀ ਕਰਦਾ, ਰਾਤ ਵੀ ਮੇਰੇ ਕੰਬਾਈਨ ਚੱਲਦੀ ਸੀ। ਮੈਂ ਕੁਝ ਵੱਖਰੀ ਗੱਲ ਤੁਹਾਡੇ ਨਾਲ ਕਰਨ ਆਇਆ, ਧਿਆਨ ਨਾਲ ਸੁਣਿਓ ਕਿ ਸੰਨ 47 'ਚ ਸੰਤਾਪ ਸ਼ੁਰੂ ਹੋਇਆ ਸੀ, ਜਦੋਂ ਇੱਕ ਇਨਸਾਨ ਦੇ ਰੂਪ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਲੈ ਲਈਏ ਤਾਂ ਗਲ ਵੱਢ ਕੇ ਉਧਰ ਕਰਤਾ ਸੀ। ਇਸ ਕਰਕੇ ਸਾਡੀ ਸੋਚ, ਸਾਡੀ ਜ਼ੁਬਾਨ, ਸਾਡੀ ਦਿੱਖ, ਸਾਡੀ ਮੁੱਛ, ਸਾਡੀ ਟੌਰ, ਸਾਡੇ ਸਵਾਦ, ਸਾਡੀ ਬੋਲੀ ਸਭ ਕੁਝ ਉੱਥੇ ਰਹਿ ਗਿਆ ਸੀ। ਇੱਥੇ ਤਾਂ ਇੱਕ ਧੜ ਆਈ ਸੀ, ਜ਼ਖਮੀ ਧੜ ਬਿਨਾਂ ਸਿਰ ਤੋਂ ਧੜ, ਉਹਦੇ ਚੋਂ ਵੀ ਹਰਿਆਣਾ ਲੱਤਾਂ ਵੱਢ ਕੇ ਤੇ ਬਾਹਾਂ ਵੱਢ ਕੇ ਹਿਮਾਚਲ ਬਣਾਇਆ ਗਿਆ। ਫਿਰ ਇੱਕ ਵਿੱਚੋਂ ਹੋਰ ਦਿਲ ਕੱਢਤਾ ਜਿਹਨੂੰ ਚੰਡੀਗੜ੍ਹ ਕਹਿੰਦੇ ਨੇ। ਫਿਰ ਵੀ ਪੰਜਾਬ ਇੱਕ ਐਸਾ ਸੂਬਾ ਜਿਹਦੇ ਵਿੱਚ ਪੰਜਾਬੀਅਤ ਦਾ ਦਿਲ ਧੜਕਦਾ ਰਿਹਾ। ਜੇ ਗੱਲ ਕਰੀਏ ਕਿਸਾਨੀ ਦੀ, ਡਿਵਰਸਿਫਿਕੇਸ਼ਨ, ਜਦੋਂ ਫਸਲੀ ਚੱਕਰ ਨੂੰ ਤੋੜਨ ਦਾ ਰਾਹ ਜਿਹੜਾ ਉਹ 1980-82 'ਚ ਸ਼ੁਰੂ ਹੋਇਆ ਸੀ ਕਿ ਫਸਲੀ ਚੱਕਰ ਤੋੜ ਲਈਏ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਤੁਹਾਡੇ ਪੰਜਾਬ ਚੋਂ ਕੱਢੇ ਸੂਬੇ ਨਾ ਤੁਸੀਂ ਰਾਜਸਥਾਨ 'ਚ ਕੁਝ ਖਰੀਦ ਸਕਦੇ ਹੋ, ਨਾ ਹਿਮਾਚਲ 'ਚ ਖਰੀਦ ਸਕਦੇ ਹੋ, ਨਾ ਹੁਣ ਤੱਕ ਕਸ਼ਮੀਰ 'ਚ ਖਰੀਦ ਸਕਦੇ ਹੋ। ਸਾਰਾ ਕੁਝ ਵੇਚ ਕੇ ਤੁਸੀਂ ਚੰਡੀਗੜ੍ਹ ਇੱਕ ਬੂਥ ਨਹੀਂ ਖਰੀਦ ਸਕਦੇ ਜਿਹੜਾ ਜੱਟ ਕਹਿੰਦਾ ਮੇਰੇ ਕੋਲੇ 5 ਕਿੱਲੇ ਨੇ, ਉਹ 5 ਕਿੱਲੇ ਵੇਚ ਕੇ ਵੀਰੋ ਇੱਕ ਕਮਰਾ ਨਹੀਂ ਖਰੀਦ ਸਕਦਾ ਚੰਡੀਗੜ੍ਹ 'ਚ। ਪਰ ਪੰਜਾਬ 'ਚ ਕੋਈ ਵੀ ਕੁਝ ਵੀ ਖਰੀਦ ਸਕਦਾ। ਤੇ ਜੇ ਕਿਤੇ ਅਸੀਂ ਪੁਰਾਣੇ ਪੰਜਾਬ 'ਚ ਚਲੇ ਜਾਈਏ ਫਿਰ ਸਾਨੂੰ ਅੱਤਵਾਦੀ ਕਹਿ ਕੇ ਇਹ ਗੋਲੀ ਮਾਰ ਦਿੰਦੇ ਨੇ। ਸਾਡਾ ਇਹ ਸੰਤਾਪ ਰਿਹਾ। ਸਾਡਾ ਖੇਤੀਬਾੜੀ ਦਾ ਜਿਹੜਾ ਸਿਸਟਮ ਰਿਹਾ, ਫਸਲੀ ਚੱਕਰਾਂ ਨੂੰ ਬਦਲਣ ਦਾ ਚੱਕਰ, ਅਸੀਂ ਜੋਗੇ ਹੁੰਦੇ ਸੀ, ਅਸੀਂ ਜੋਗੇ ਨਹੀਂ ਰਹੇ। ਇੱਥੇ ਕਸੂਰ ਮੇਰਾ ਹੈ, ਮੇਰੇ ਬਾਪ ਦਾ ਹੈ।
ਕਿਉਂਕਿ ਜੋਗੇ ਸੀ ਸਾਡੇ ਕੋਲੇ, ਆਪ ਦੇ ਜੋਗੀ ਅਲਸੀ ਸੀ ਸਾਡੇ ਕੋਲੇ, ਆਪ ਦੇ ਜੋਗੀ ਸਬਜ਼ੀ ਸੀ, ਸਰੋਂ ਸੀ, ਤੋਰੀਆ ਸੀ, ਤਾਰਾ ਮੀਰਾ ਸੀ, ਮੱਕੀ ਸੀ, ਕਣਕ ਸੀ, ਜਵਾਰ ਸੀ, ਬਾਜਰਾ ਸੀ। ਸਿਰਫ ਜੀਰੀ ਨਹੀਂ ਸੀ, ਜੀਰੀ ਨਹੀਂ ਸੀ। ਜੀਰੀ ਮੈਨੂੰ ਯਾਦ ਆ ਕਿ 1984 ਚ ਪਹਿਲੀ ਵਾਰੀ ਅਸੀਂ ਜੀਰੀ ਲਾਈ ਸੀ। ਮੇਰੇ ਕੋਲੇ ਅੱਜ ਵੀ 108 ਕਿੱਲੇ ਜ਼ਮੀਨ ਦੇ ਨੇ ਤੇ ਅਸੀਂ ਦੋ ਭਰਾ ਆ। ਵੱਡਾ ਬਾਈ ਹੁਣ ਖੇਤੀ ਕਰਦਾ ਤੇ ਮੈਂ ਪਿੰਡ ਬਹੁਤ ਘੱਟ ਜਾਂਦਾ ਕਿਉਂਕਿ ਮੇਰਾ ਮਾਂ ਨਾਲ ਬਾਹਲਾ ਤੇ ਉਹ ਸੀ, ਮਾਂ ਨਹੀਂ ਰਹੀ ਤੇ ਮੇਰਾ ਪਿੰਡ ਛੁੱਟ ਜਾਨਾ। ਮੇਰਾ ਭਰਾ ਆ, ਮੇਰੀ ਜ਼ਮੀਨ ਹੈ, ਪਰ ਮੈਨੂੰ ਹੁਣ ਖੇਤੀ ਦਾ ਬਹੁਤਾ ਪਤਾ ਨਹੀਂ। ਮੈਂ ਉੱਥੇ ਕੀ ਕਰਦਾ ਹਾਂ, ਭਾਦਸੋਂ ਵਾਲੀ ਜ਼ਮੀਨ 'ਚ ਮੈਂ ਜ਼ਰੂਰ ਜਾਂਦਾ, ਉਹ ਨਵੀਂ ਖਰੀਦੀ ਸੀ ਅਸੀਂ ਰਲ ਕੇ। ਫਸਲੀ ਚੱਕਰ ਅਸੀਂ ਉਦੋਂ ਦੇ ਕਰਦੇ ਆ, ਪਰ ਜੋਗਾ ਅਸੀਂ ਛੱਡ ਕੇ, ਸਾਡੇ ਜੋਗਾ ਦੁੱਧ ਸੀ, ਪਨੀਰ ਸੀ, ਘਰ ਦੀਆਂ ਮੁਰਗੀਆਂ ਸੀ, ਇੱਕ ਬੱਕਰੀ ਰੱਖ ਲੈਂਦੇ ਸੀ, ਮੈਸਾਂ ਸੀ, ਪਰ ਅਸੀਂ ਉਹ ਜੋਗਾ ਛੱਡ ਲਿਆ। ਸਿਰਫ 1 ਮਹੀਨਾ ਜੀਰੀ ਵੱਢੋ, ਜਦੋਂ ਨਵੀਆਂ ਫਸਲਾਂ ਤੁਸੀਂ ਕਣਕ ਦੀ ਬੀਜਣੀਆਂ ਤੇ ਆਪ ਦੇ ਜੋਗਾ ਕਰ ਲਓ। ਯਾਦ ਰੱਖਿਓ, ਇੱਕ ਜਾ ਕੇ ਖੰਗਾਲ ਲਿਓ। ਮੇਰੇ ਬਾਪੂ ਜੀ ਕਹਿੰਦੇ ਹੁੰਦੇ ਨੇ, ਖੰਗਾਲ ਲਓ ਕਿਸੇ ਗੱਲ ਨੂੰ। ਤੁਹਾਨੂੰ ਸਿਰਫ ਇੱਕ ਲੂਣ ਦੀ ਜ਼ਰੂਰਤ ਹੈ, ਬਾਕੀ ਸਭ ਚੀਜ਼ਾਂ ਤੁਹਾਡੇ ਖੇਤ 'ਚ ਪਈਆਂ ਨੇ। ਲੱਭਣ ਵਾਲੇ ਤੁਸੀਂ ਹੋ, ਕੱਢਣ ਵਾਲੇ ਤੁਸੀਂ ਹੋ। ਹਾਂ, ਇੱਕ ਦਰਦ ਜ਼ਰੂਰ ਹੈ ਕਿ ਤੁਹਾਨੂੰ ਵਰਤਦੇ ਰਹੇ ਤੇ ਤੁਸੀਂ ਆਪ ਦੇ ਆਪ ਨੂੰ ਵਰਤਾਉਂਦੇ ਰਹੇ। ਸਮੇਂ ਸਿਰ ਸਾਡੇ ਕੁਝ ਇੱਕ ਲੋਭੀ ਲੋਕਾਂ ਨੂੰ ਬੁਰਕੀ ਪੈਂਦੀ ਰਹੀ ਤੇ ਉਹ ਬੁਰਕੀ ਖਾ ਕੇ ਪਾਸੇ ਹੁੰਦੇ ਰਹੇ। ਇੱਕ ਅਵਾਰਾ ਕੁੱਤੇ ਵਾਂਗੂ ਤੇ ਅਸੀਂ ਰੁਲਦੇ ਰਹੇ, ਆਪਣੀਆਂ ਜੂਨਾਂ ਭੋਗ ਕੇ ਜਾਂਦੇ ਰਹੇ, ਹੋਰ ਕੁਝ ਨਹੀਂ ਸੀ। ਮੈਂ ਕਹਿਣਾ ਕਾਨੂੰਨ ਬਣਿਆ, ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਾ। ਕਾਨੂੰਨ ਨੂੰ ਲਾਗੂ ਹੋਣ ਵਾਸਤੇ, ਰੋਕਣ ਵਾਸਤੇ ਸਿਰਫ ਇੱਕ ਬੰਦਾ ਤੁਹਾਨੂੰ ਰੋਕ ਸਕਦਾ। ਸਿਰਫ ਇੱਕ ਬੰਦਾ, ਯਾਦ ਰੱਖਿਓ, ਤੁਸੀਂ ਖੁਦ। ਸਿਰਫ ਤੁਸੀਂ ਖੁਦ। ਮੇਰਾ ਨਿੱਕਾ ਜਿਹਾ ਪਿੰਡ ਹੈ, ਅਸੀਂ ਲਾਇਆ ਸੀ ਪਰਸੋਂ ਚੌਥੇ ਇੱਕ ਦਿਨ, ਮੈਂ ਭਰਾ ਇਕੱਠੇ ਕਰ ਲਏ ਸੀ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ 47 ਚ ਅਸੀਂ ਜਦੋਂ ਸਿੰਧ ਪਾਕਿਸਤਾਨ ਤੋਂ ਆ ਕੇ ਅਸੀਂ ਵਸੇ ਸੀ ਅਮਰਗੜ੍ਹ ਦੇ ਕੋਲੇ। ਮੇਰਾ ਨਿੱਕਾ ਜਿਹਾ ਪਿੰਡ ਹੈ ਚਪੜੌਦਾ, ਸਾਡੇ 1600 ਕਿੱਲਾ ਜ਼ਮੀਨ ਆ ਪਿੰਡ ਦਾ, ਤੇ ਉਹ ਸਾਡੀ ਸਾਰੀ ਆਪ ਦੇ ਪਰਿਵਾਰਾਂ ਚ। ਅਸੀਂ ਕਿਹਾ ਵੀ ਕਿੰਨੀਆਂ ਪਈਆਂ ਵੱਟਾਂ ਵੱਢ ਲਓ ਤੇ ਸਾਰੀਆਂ ਇਕੱਠੀਆਂ ਕਰ ਲਓ, 1600 ਦਾ ਟੱਕ ਇੱਕ ਕਰ ਲਓ। ਇਸ ਵੇਲੇ ਇੱਕ ਐਪ ਆ ਰਹੀ ਹੈ, ਕੁਛ ਮੇਰਾ ਖਿਆਲ ਤੁਹਾਡੇ ਤੱਕ ਉਹ ਜਨਵਰੀ ਤੱਕ ਪਹੁੰਚ ਜੂਗੀ, ਪਸ਼ੂ ਬੋਲੀ ਐਪ, ਕਿਤੇ ਨਾ ਕਿਤੇ ਟੀਵੀ ਤੇ ਵੀ ਚੱਲੀ ਸੀ ਐਪ। ਉਸ ਐਪ ਦੇ ਵਿੱਚ ਮੈਂ ਵੀ ਹਿੱਸੇਦਾਰ ਹਾਂ, ਮੇਰਾ ਵੀ ਉਹਦੇ ਤੇ 4-5 ਸਾਲ ਦਾ ਸਮਾਂ ਲੱਗਿਆ ਹੋਇਆ। ਯਾਦ ਰੱਖਿਓ, ਜੇ ਪੰਜਾਬ ਦੇ ਵਿੱਚ ਜੇ ਇਕਵਿਪਮੈਂਟ ਦੀ ਗੱਲ ਕਰੀਏ, ਖੇਤੀ ਦੇ ਸੰਦਾਂ ਦੀ ਗੱਲ ਕਰੀਏ, ਜੇ ਸਾਰੇ ਪੰਜਾਬ ਨੂੰ ਵਾਹਣ ਵਾਸਤੇ 100 ਟਰੈਕਟਰ ਚਾਹੀਦਾ, ਸਾਡੇ ਕੋਲੇ ਪੰਜਾਬ 'ਚ 513 ਟਰੈਕਟਰ ਨੇ ਇਸ ਵੇਲੇ। ਜੇ ਸਾਡੇ ਕੋਲੇ ਹਲ ਚਾਹੀਦੇ ਨੇ 100, ਤਾਂ ਸਾਡੇ ਕੋਲੇ 619 ਹਲ ਨੇ ਪੰਜਾਬ 'ਚ। ਖਿਆਲ ਕਰ ਲਓ, ਉਹ ਖਰੀਦ ਅਸੀਂ ਸਿੱਟੀ ਗਏ ਆ। ਤੇ ਇੱਕ ਤਬਕਾ ਹੈ ਜਿਨ੍ਹਾਂ ਨੂੰ ਅਸੀਂ ਕਬਾੜੀ ਕਹਿ ਲੈਂਦੇ ਆ, ਕਿਸ ਜਾਤ ਧਰਮ ਉਮਰ ਦੇ ਨੇ ਉਹ ਉਹੀ ਹਲ ਜਿਹੜਾ ਜੱਟ 25,000 ਦਾ ਲੈ ਕੇ ਆਉਂਦਾ, ਉਹ 800 ਦਾ ਲੈ ਕੇ ਜਾਂਦੇ ਨੇ, ਨਾਲੇ ਸਾਈਕਲ ਤੇ ਧਰ ਕੇ ਲੈ ਕੇ ਜਾਂਦੇ ਨੇ। ਤੁਸੀਂ ਸੋਹਣੇ ਟਰੈਕਟਰ ਤੇ ਲੈ ਕੇ ਆਏ ਸੀ, ਵਾਹੇ 1 ਸਾਲ ਅਗਲੇ ਸਾਲ ਪੰਟੀ ਕਹਿੰਦਾ ਵੀ ਨਾ ਬਾਪੂ ਇਹ ਤਾਂ ਖਰਾਬ ਨੇ, ਮੁੜ ਕੇ ਅਸੀਂ ਬਾਹਰਲੇ ਘਰੇ ਰੱਖਤੇ, ਮੀਂਹ ਪੈ ਗਿਆ ਤੇ ਬਸ ਹਲ ਪੁਰਾਣੇ ਹੋ ਗਏ। ਬਸ ਸੋ ਤੁਹਾਨੂੰ ਬਚਾਉਣ ਵਾਸਤੇ ਇਹ ਮੋਰਚਾ ਜ਼ਰੂਰੀ ਹੈ, ਮੋਰਚੇ ਦਾ ਇੱਕ ਹੋਣਾ ਜ਼ਰੂਰੀ ਹੈ। ਜੇ ਤੁਹਾਡੇ 'ਚ ਏਕਾ ਹੈ, ਜੇ ਮੇਰਾ ਪਿੰਡ ਇੱਕ ਹੋ ਸਕਦਾ, ਜੇ ਪੰਜਾਬ ਇੱਕ ਹੋ ਸਕਦਾ, ਜੇ ਪਿੰਡ ਇੱਕ ਹੋ ਸਕਦਾ, ਬਲਾਕ ਇੱਕ ਹੋ ਸਕਦਾ, ਤਹਿਸੀਲ ਇੱਕ ਹੋ ਸਕਦੀ ਹੈ, ਜੇ ਜ਼ਿਲ੍ਹਾ ਇੱਕ ਹੋ ਸਕਦਾ, ਫਿਰ ਪੰਜਾਬ ਇੱਕ ਹੋ ਸਕਦਾ। ਪਰ ਉਹ ਸਾਰਾ ਕੁਝ ਇੱਕ ਤਾਂ ਹੋਊਗਾ ਜੇ ਕਿਸਾਨ ਇੱਕ ਹੋ ਸਕਦਾ, ਜੇ ਇੱਕ ਦੂਸਰੇ ਤੇ ਵਿਸ਼ਵਾਸ ਹੈ। ਮੈਨੂੰ ਮੇਰਾ ਭਰਾ 2 ਪੈਸੇ ਸ਼ਾਇਦ ਘੱਟ ਦਿੰਦਾ ਹੋਊਗਾ, ਪਰ ਮੈਨੂੰ ਦੱਸਦਾ ਵੀ ਹੋਊਗਾ, ਮੈਨੂੰ ਵਿਸ਼ਵਾਸ ਹੈ। ਪਰ ਮੈਂ ਕੰਮ ਤਾਂ ਹੋਰ ਪਾਸੇ ਕਰ ਰਿਹਾ ਨਾ। ਮੈਨੂੰ ਫਿਲਮਾਂ ਵਾਲੇ ਤਾਂ ਹੀ ਬੁਲਾ ਲੈਂਦੇ ਨੇ, 4 ਪੈਸੇ ਦੇ ਦਿੰਦੇ ਨੇ, ਦਰਸ਼ਨ ਉਹ ਲਿਖਾਉਣੀ ਬੁਲਾ ਕੇ ਗੱਲ ਕਰ ਲੈਂਦੇ ਨੇ, ਤੇ ਮੈਂ ਉਹਦੇ 'ਚ ਖੁਸ਼ ਹਾਂ। ਮੇਰੀ ਜ਼ਮੀਨ ਤਾਂ ਨਹੀਂ ਟੋਏ ਪੱਟ ਕੇ ਕੋਈ ਲੈ ਚੱਲਿਆ, ਵਿਸ਼ਵਾਸ ਖੋ ਲਿਆ ਸੀ, ਆਪਸ 'ਚ ਆਪੋ ਧਾਕ ਪੈਗੀ ਕਿ ਉਹਨੇ 26 ਬੀਜ ਲਈ, ਲੈ ਵੀ 26 ਬੀਜਾਂਗੇ, ਐਤਕੀ ਭੂਸਾ ਨਹੀਂ ਨਾ। 1509 ਦਾ ਤਾਂ ਜਮੇ ਬੇੜਾ ਬੈਠਾ ਹੋਇਆ, ਬਸ ਹੋਰ ਕੁਛ ਨਹੀਂ। ਉਹ ਲਾਉਣੀਆਂ ਜੋ ਉਹਨੇ ਕੀਤਾ, ਉਹਦੇ ਕੋਲੇ ਹੈ ਕਿ ਉਹ ਸਾਨੂੰ ਪਤਾ ਨਹੀਂ, ਉਹਨੇ ਕਿਉਂ ਲਾਈ ਇਹ ਨਹੀਂ ਪਤਾ।
मैं अक गया, मैं टुट गया, मैं हंब गया, मैं मर गया। 129 रुपए की स्प्रे आ, 5 स्प्रेहां कर दो, कुछ पाउण की लोड़ नहीं, वो 129 रुपए की स्प्रे आ, मेरे तो ले लो। पर किसी ने नहीं मनी। मेरे को 9वीं वार आलू का बीज मैं ऐतकी बीजूंगा, LR 9वीं वार बीजूंगा। जे किसानों थानू पता कि तीसरे साल आलू का बीज खराब हो जाता, मैं 9वीं वार बीजूंगा ते हर साल मेरे आलू के उत्ते 5वीं स्प्रे जी सब तो महंगी वो 129 रुपए की होंगी है। मैं होर कुछ नहीं पाऊंगा। ये सिर्फ तुसीं इत्थों सोचना, क्योंकि साडे सुभावां नूं बदलिया गया। साडे ते कदे 84 सिड़ती, कदे साडे ते अतवाद सिड़ता, कदे साडे ते खंड सिड़ती, कदे साडे ते कणक दे नਵੇਂ बीज सिड़ते, कदे ਉਹ मॉडल सिड़ता ਜਿਹੜਾ अमरीका ਦੇ ਵਿੱਚ 1902 ਦੇ ਵਿੱਚ फ्लॉप होया सी, फेल होया सी। ਇਹ मॉडल भी सारी दुनिया ਦੇ ਵਿੱਚ फेल होया होया। ਜਿਹੜਾ मॉडल ਇਹਨਾਂ ਨੇ ਹੁਣ ਦਿੱਤਾ है ਕਾਰਪੋਰੇਟ ਹਾਊਸ ਕੀ ਆ, ਅਡਾਨੀ ਉੱਥੋਂ ਆ ਕੇ ਹੁਕਮ ਦੇ ਸਕਦੇ ਨੇ। ਕੀ ਤੁਸੀਂ ਵਿਸ਼ਵਾਸ ਕਰਕੇ ਇੱਕ ਬੰਦੇ ਦੇ ਉੱਤੇ ਇੱਕ ਪਿੰਡ ਦਾ ਇਕੱਠਾ ਨਹੀਂ ਕਰ ਸਕਦੇ? ਕਰ ਸਕਦੇ ਆ, ਸਿਰਫ ਵਿਸ਼ਵਾਸ ਹੈ। ਉਹ ਧੱਕੇ ਨਾਲ ਕਰਾਉਣਗੇ, ਅਸੀਂ ਪਿਆਰ ਨਾਲ ਕਰਾਂਗੇ। ਅਡਾਨੀ ਇਹ ਜੀ ਤੈਸੀ ਅਡਾਨੀਆਂ ਦੀ ਜੇ ਇਥੋਂ ਸ਼ੰਭੂ ਟੱਪ ਵੀ ਗਏ, ਝਾਕ ਵੀ ਗਏ, ਐਸਾ ਕੁਛ ਨਹੀਂ। ਜਿਵੇਂ ਕਿਹਾ ਬਾਈ ਜੀ ਹੋਰਾਂ ਨੇ ਹੁਣ ਕਿ ਅਡਾਨੀਆਂ ਦਾ ਮੋਗਾ ਤਾਂ ਬਹੁਤ ਦੂਰ ਆ, ਪਤੰਦਰੋਂ ਆਪਣਾ ਹੀ ਕੰਮ ਆਊਗਾ। ਉਹ ਜਦੋਂ ਭਰਿਆ ਹੋਇਆ ਕਰੂ ਉਦੋਂ ਆਪਾਂ ਖੁਸ਼ ਹੋਇਆ ਕਰਾਂਗੇ, ਜਦੋਂ ਸਾਤੋਂ ਮੰਗ ਕੇ ਦਿੱਲੀ ਵਾਲੇ ਲਿਆ ਕਰਨਗੇ ਫਿਰ ਉੱਥੇ ਗਿੱਧਾ ਪਾਇਆ ਕਰਾਂਗੇ। ਕੋਈ ਗੱਲ ਨਹੀਂ, ਫਿਕਰ ਨਾ ਕਰੋ। ਹਾਂ, ਸਿਰਫ ਇੱਕ ਹੈ, ਕਿਉਂਕਿ ਅਫਸੋਸ ਮੇਰਾ ਗਿਲ ਹੈ ਤੁਹਾਡੇ ਨਾਲ ਇਹ ਕਿ ਤੁਸੀਂ ਧਾਰਮਿਕ ਸੁਭਾਵਾਂ ਨੂੰ ਵੀ ਮੇਲਾ ਬਣਾ ਲਿਆ। ਮੇਰੇ ਕੋਲੇ ਮੇਰੀ ਸੱਸ ਮਾਂ ਮੇਰੇ ਘਰੇ ਰਹਿੰਦੀ ਆ, 96 ਸਾਲ ਦੀ ਹੈ। ਉਹ ਹੁਣ ਵੀ 3 ਦਿਨ ਜਦੋਂ ਜੋੜ ਮੇਲ ਹੁੰਦਾ ਉਹ ਰੋਂਦੀ ਹੈ, ਕਹਿੰਦੀ ਅਸੀਂ ਮਕਾਣਾ ਕਹਿੰਦੇ ਹੁੰਦੇ ਸੀ। ਜੀਨ ਕੱਪੜਾ ਕਹਿੰਦੀ ਪਹਿਲੀ ਵਾਰੀ ਉਦੋਂ ਆਇਆ ਸੀ ਇੰਗਲੈਂਡ ਤੋਂ, ਕਿਉਂਕਿ ਮਹਾਰਾਜੇ ਦਾ ਪਰਿਵਾਰ ਸਾਰੇ ਦਾ ਸਾਰਾ ਫਤਿਹਗੜ੍ਹ ਸਾਹਿਬ ਤੱਕ ਨੰਗੇ ਪੈਰੀ ਆਉਂਦਾ ਹੁੰਦਾ ਸੀ। ਉਹਨਾਂ ਦੇ ਮੌਜੇ ਜੀਨ ਦੇ ਪਾਏ ਹੁੰਦੇ ਸੀ। ਪਹਿਲੀ ਵਾਰੀ ਜੀਨ ਉਦੋਂ ਆਈ ਸੀ ਤੇ ਅਸੀਂ ਹੁਣ ਤੱਕ ਉਹਨੂੰ ਜੋੜ ਮੇਲਾ ਕਹਿੰਦੇ ਰਹੇ ਹਾਂ। ਤਾਂ ਵਾਲੀਆ ਸਾਹਿਬ ਜਿਉਂਦੇ ਰਹਿਣ ਜਿਨ੍ਹਾਂ ਨੇ ਜੋੜ ਮੇਲ ਕਰਤਾ। ਹੈ ਨਹੀਂ ਹੋਏ ਇਸ ਦੁਨੀਆ 'ਚ, ਉਦੋਂ DC ਸੀ, ਉਹਨਾਂ ਨੇ ਮੇਲ ਕੀਤਾ। ਸੋ ਗਲਤੀਆਂ ਸਾਡੇ 'ਚ ਵੀ ਨੇ। ਬਸ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਵੀਰੋ ਉਹ ਇੱਕੋ ਹੀ ਹੈ ਕਿ ਸਾਡੇ 'ਚ ਏਕਤਾ ਨਹੀਂ, ਵਿਸ਼ਵਾਸ ਨਹੀਂ, ਅਸੀਂ ਜੋਗੇ ਨਹੀਂ ਰਹੇ। ਮੈਂ ਤੇਰਾ ਜੋਗਾ ਨਹੀਂ ਰਿਹਾ, ਤੂੰ ਉਹਦੇ ਜੋਗਾ ਨਹੀਂ ਰਿਹਾ, ਉਹ ਮੇਰੇ ਜੋਗਾ ਨਹੀਂ ਰਿਹਾ। ਜੋਗੇ ਹੋ ਜਾਈਏ ਤਾਂ ਕੁਝ ਨਹੀਂ ਵਿਗੜਿਆ। ਹਲੇ ਵੀ ਯਾਦ ਕਰਿਓ ਤੁਸੀਂ, ਪਿਛਲੇ ਮੈਂ ਆਪਦੀ ਜ਼ਮੀਨ ਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਸਿਰਫ ਉੱਪਰਲੇ 4 ਤੋਂ 4.5 ਇੰਚ ਹਲ ਵਾਹੁਣਾ, ਬਾਕੀ ਹੇਠਾਂ ਤਾਂ ਹਰ ਵਾਰੀ ਪਾਣੀ ਛੱਡ ਕੇ ਸੁਹਾਗਾ ਫੇਰ ਕੇ ਲੋਹੇ ਦਾ, ਨਾਲੇ ਉੱਤੇ 2 ਬੰਦੇ ਬਿਠਾ ਕੇ ਹੇਠਾਂ ਤਾਂ ਸੀਮੈਂਟ ਵਰਗੀ ਚਾਦਰ ਹੀ ਲਾਉਣਾ 10-12 ਇੰਚ। ਮੀਂਹ ਬਰਨਾਲੇ ਪੈਂਦਾ ਹੁੰਦਾ, ਹੜ ਕੈਥਲ ਆ ਜਾਂਦਾ, ਮੀਂਹ ਕੈਥਲ ਪੈਂਦਾ ਹੁੰਦਾ, ਹੜ ਰੋਪੜ ਆ ਜਾਂਦਾ, ਇਸ ਕਰਕੇ ਕਿ ਜ਼ਮੀਨ ਸਾਡੀ ਪਾਣੀ ਨਹੀਂ ਸੋਖਦੀ। ਅਸੀਂ ਬਣੇ ਹੀ ਨਹੀਂ ਹੋਏ। ਬਾਬੇ ਨਾਨਕ ਨੇ ਕੋਧਰੇ ਦੀ ਖੇਤੀ ਕੀਤੀ ਸੀ, ਕੋਧਰੇ ਦੀ ਰੋਟੀ ਖਾਂਦਾ ਸੀ। ਉੱਥੋਂ ਬਦਲਦੇ ਹੋਏ ਅਸੀਂ ਬਾਜਰੇ ਤੇ ਆਏ, ਮੱਕੀ ਤੇ ਆਏ, ਗੁਆਰੇ ਤੇ ਆਏ, ਪਰ ਕਣਕ ਵਾਸਤੇ ਅਸੀਂ ਬਣੇ ਨਹੀਂ ਹੋਏ। ਕਦੇ ਸੁਣਿਆ ਦੁਨੀਆ ਦੇ ਵਿੱਚ ਕਿ ਇਸ ਬੰਦੇ ਨੂੰ ਮੱਕੀ ਤੋਂ ਅਲਰਜੀ ਹੈ, ਇਸ ਬੰਦੇ ਨੂੰ ਬਾਜਰੇ ਤੋਂ ਅਲਰਜੀ ਹੈ, ਇਸ ਬੰਦੇ ਨੂੰ ਕੋਧਰੇ ਦੀ ਰੋਟੀ ਤੋਂ ਅਲਰਜੀ ਹੈ? 1000 ਜਵਾਕ ਇਕੱਲੇ ਪਟਿਆਲੇ 'ਚ ਦਿਖਾ ਦਿੰਦਾ ਇਹਨੂੰ ਵੀਟ ਅਲਰਜੀ ਹੈ। ਨਾਲੇ ਅੰਗਰੇਜ਼ੀ 'ਚ ਫਿਰ ਸਾਲੇ ਇਹ ਨਹੀਂ ਕਹਿੰਦੇ ਵੀ ਕਣਕ ਤੋਂ ਅਲਰਜੀ ਹੈ, ਅਗਲੇ ਕਹਿੰਦੇ ਨੇ ਵੀਟ ਤੋਂ ਅਲਰਜੀ ਹੈ। ਡਰ ਦੀਆਂ ਦੁਕਾਨਾਂ ਨੇ। ਸਿਰਫ ਕਰੋਨਾ ਐਸਾ ਆਇਆ ਜਿਹਨੂੰ ਪੋਜ਼ਿਟਿਵਲੀ, ਮੈਂ ਬਹੁਤ ਪੋਜ਼ਿਟਿਵਲੀ ਲੈਣਾ, ਮੈਨੂੰ ਪਹਿਲੇ ਹੱਲੇ ਹੀ ਹੋ ਗਿਆ ਸੀ, ਮੈਂ ਬਹੁਤ ਪੋਜ਼ਿਟਿਵਲੀ ਲੈਣਾ ਇਹਨੂੰ। ਇਹ 'ਚ ਦੁਕਾਨਾਂ ਬੰਦ ਹੋਈਆਂ, ਇੱਕ ਡਰ ਦੀਆਂ ਦੁਕਾਨਾਂ। ਡਰ ਦੀਆਂ ਦੁਕਾਨਾਂ, ਜੇ ਕੋਈ ਵਕੀਲ ਆ ਭਰਾਵੋ ਕੁੱਟਿਓ ਨਾ ਬਾਹਰ ਜਾ ਕੇ। ਇੱਕ ਤਾਂ ਤੁਹਾਡੀਆਂ ਦੁਕਾਨਾਂ ਬੰਦ ਹੋਈਆਂ, ਕੋਰਟ ਕਚਹਿਰੀ 'ਚ ਲੈ ਜੂ, ਕਚਹਿਰੀ 'ਚ ਖਿੱਚੂ ਤੈਨੂੰ, ਉਹ ਦੁਕਾਨਾਂ ਬੰਦ। ਦੂਜੀ ਡਾਕਟਰਾਂ ਦੀ ਦੁਕਾਨ ਬੰਦ। ਹਰੇਕ ਬੀਬੀ ਤੜਕੇ 8:20 ਵਾਲੀ ਬੱਸ ਤੇ ਚਿਤਕਾਉ ਮਾਉ ਕਰਦਾ, ਭਾਈ ਮਿੰਨੀ ਚੜ ਗਈ, ਕਿਤੇ ਨਹੀਂ ਜਾਂਦੀ, ਹੈ ਹੀ ਨਹੀਂ। ਸਿਰਫ ਬੀਬੀ ਕੇਰਾ ਕਿਤੇ ਚਲੀ ਗਈ, ਤੇਰਾ ਤਾਂ ਆਹ ਹੋ ਗਿਆ, ਤੇਰਾ ਆਹ ਹੋ ਗਿਆ। ਆਹ ਹਸਪੀਟਲ ਆ ਸਾਡੇ ਪਟਿਆਲੇ, ਮੈਂ ਪਟਿਆਲੇ ਰਹਿਣਾ ਅੱਜ ਕੱਲ੍ਹ, ਉਹ ਕੋਲੰਬੀਆ ਏਸ਼ੀਆ ਵਾਲੇ, ਉਹ 'ਚ ਕੇਰਾ ਚਲੇ ਜਾਓ 2000 'ਚ ਕਹਿੰਦੇ ਸਾਰੇ ਟੈਸਟ ਕਰਦੇ, ਜੇ 28000 ਤੋਂ ਪਹਿਲਾਂ ਨਿਕਲੇ ਤਾਂ ਮੈਨੂੰ ਫੜ ਲਿਓ। ਹੁਣ ਕੋਈ ਨਹੀਂ ਜਾਂਦਾ, ਨਾ ਕਿਸੇ ਨੂੰ ਕੁਝ ਹੋਇਆ। ਭਾਈ ਮੇਰਾ ਤਾਂ ਰਿਸ਼ਤੇਦਾਰ ਕੋਈ ਨਹੀਂ ਮਰਿਆ ਕਰੋਨਾ 'ਚ, ਕਿਸੇ ਨੂੰ ਕੋਈ ਬਿਮਾਰੀ ਨਹੀਂ ਲੱਗੀ, ਕੋਈ ਸੁਨੇਹਾ ਨਹੀਂ ਆਇਆ। ਇਹ ਡਰ ਸੀ, ਡਰ ਦੀ ਦੁਕਾਨ ਸੀ। ਡਰ ਕੇ ਆਗੇ ਜੀਤ ਹੈ। ਇਹ ਡਰ ਨਾ ਪਾ ਲਿਓ ਕਿ ਯਾਰ ਹੁਣ ਤੱਕ ਗਏ,
ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ 2 ਰੁਪਏ ਕੁਇੰਟਲ ਆਪਦਾ ਝੋਨਾ ਵੇਚ ਕੇ ਵੀ ਆਪਦਾ ਲਿਆ ਹੋਇਆ 7 ਸਾਲ 10 ਸਾਲ ਪੁਰਾਣੇ ਕਰਜ਼ੇ ਦਾ ਵਿਆਜ ਵੀ ਨਹੀਂ ਮੋੜ ਸਕੇ, ਜਿੱਦਣ ਐਮਐਸਪੀ ਟੁੱਟ ਗਈ ਅਸੀਂ ਕਾਸੇ ਜੋਗੇ, ਅਸੀਂ ਕਾਸੇ ਜੋਗੇ ਨਹੀਂ। ਆਖਰੀ ਹੰਬਲਾ ਇੱਕ ਦੂਜੇ ਜੋਗੇ ਹੋ ਜਾਓ, ਇੱਕ ਵਿਸ਼ਵਾਸ ਕਰ ਲਿਓ, ਇਕੱਠੇ ਹੋ ਜਾਓ, ਕੁਝ ਹੋ ਜਾਊਗਾ। ਸਿਆਸੀ ਰੋਟੀਆਂ ਨਾ ਸੇਕਣ ਲੱਗ ਜਾਓ। ਬਹੁਤ ਸਿਆਸੀ ਰੋਟੀਆਂ, ਮੇਰੀਆਂ ਸਿਆਸੀ ਰੋਟੀਆਂ ਹੋਈਆਂ, ਮੈਂ ਪਹਿਲਾਂ ਤੁਹਾਡਾ ਲੀਡਰ ਹੋਇਆ, ਫਿਰ ਮੈਨੂੰ ਬੁਰਕੀ ਪਈ, ਫਿਰ ਮੈਂ ਕੁੱਤਾ ਹੋਇਆ, ਕੁੱਤਾ ਚੌਂ ਚੌਂ ਕਰਕੇ ਪਾਸੇ ਹੋ ਗਿਆ, ਤੁਸੀਂ ਉੱਥੇ ਖੜੇ ਰਹਿ ਗਏ। ਅਗਲੇ ਵਾਰੀ ਫੇਰ ਮੈਂ ਹੋਇਆ, ਫੇਰ ਤੁਹਾਨੂੰ ਮਿੱਠੀਆਂ ਗੱਲਾਂ ਕੀਤੀਆਂ, ਫੇਰ ਬੁਰਕੀ ਪੈ ਗਈ, ਮੈਂ ਕੁੱਤਾ ਬਣਿਆ, ਫੇਰ ਨਿਕਲ ਗਿਆ। ਦੇਖਿਓ, ਇਨਸਾਨ ਤੇ ਕੁੱਤੇ ਦਾ ਥੋੜਾ ਜਿਹਾ ਖਿਆਲ ਕਰਕੇ ਰੱਖਿਓ। ਜਿਉਂਦੇ ਵਸਦੇ ਰਹੋ। ਜੇ ਤੁਸੀਂ ਏਕੇ 'ਚ ਰਹੇ, ਇਕੱਠੇ ਰਹੇ, ਸੋਚ ਸਹੀ ਰੱਖੀ, ਰੱਬ ਤੁਹਾਨੂੰ ਸਿਹਤ ਦੇਵੇ, ਸੇਧ ਦੇਵੇ। ਜੇ ਸਿਹਤ ਨੂੰ ਬਰਕਰਾਰ ਰੱਖਿਆ ਤੁਸੀਂ, ਤਾਂ ਕੋਈ ਮੋਰਚਾ ਐਸਾ ਨਹੀਂ ਜਿਹੜਾ ਫੇਲ ਹੋ ਜਾਵੇ, ਤੁਸੀਂ ਜਿੱਤੋਗੇ। ਜੰਗ ਜਾਰੀ ਰੱਖਿਓ, ਹਾਰ ਨਾ ਜਾਇਓ। ਜ਼ਿੰਦਾਬਾਦ।